ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਲ ਉੱਪਰ ਕਲਿੱਕ ਕਰ ਲਓ। ਗੁਰੂ ਪਿਆਰੇ ਸਾਧ ਸੰਗਤ ਜੀ, 22 ਦਸੰਬਰ 1704 ਈਸਵੀ ਨੂੰ ਜਦੋਂ 40 ਸਿੰਘਾਂ ਦਾ 10 ਲੱਖ ਦੀ ਮੁਗਲ ਫੌਜ ਨਾਲ ਸਾਹਮਣਾ ਹੋਇਆ ਤਾਂ ਸਾਰੇ ਦਿਨ ਦੇ ਯੁੱਧ ਵਿੱਚ 35 ਸਿੰਘ ਅਤੇ 2 ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ। ਰਾਤ ਪੈ ਗਈ। ਗੜੀ ਦੇ ਚੁਫੇਰੇ ਵੈਰੀ ਦਲ ਘੇਰਾ ਪਾਈ ਬੈਠਾ ਸੀ। ਇਹ ਸਾਰੇ ਹਾਲਾਤ ਵਿਚਾਰ ਕੇ 5 ਸਿੰਘਾਂ ਨੇ, ਜਿਹੜੇ ਇਸ ਸਮੇਂ ਗੁਰੂ ਜੀ ਪਾਸ ਰਹਿ ਗਏ ਸਨ, ਬੇਨਤੀ ਕੀਤੀ, ਗੁਰੂ ਜੀ, ਹੁਣ ਰਾਤ ਦੇ ਹਨੇਰੇ ਵਿੱਚ ਆਪ ਜੀ ਇੱਥੋਂ ਨਿਕਲ ਜਾਵੋ। ਗੁਰੂ ਜੀ ਨੇ 5 ਸਿੰਘਾਂ ਦੀ ਗੱਲ ਮੰਨ ਕੇ ਆਪਣੀ ਸ਼ਕਲ ਨਾਲ ਮਿਲਦੀ ਜੁਲਦੀ ਸ਼ਕਲ ਵਾਲੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਆਪਣੀ ਪੋਸ਼ਾਕ ਪਹਿਨਾ ਕੇ ਗੜੀ ਦੀ ਮਮਟੀ ਵਿੱਚ ਬੈਠਣ ਦੀ ਤਜਵੀਜ਼ ਸਮਝਾਈ ਤਾਂ ਜੋ ਮੁਗਲਾਂ ਨੂੰ ਉਹਨਾਂ ਦੇ ਗੜੀ ਵਿੱਚ ਹੋਣ ਦਾ ਭੁਲੇਖਾ ਬਣਿਆ ਰਹੇ। ਗੁਰੂ ਜੀ 3 ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੂੰ ਲੈ ਕੇ ਗੜੀ ਦੇ ਪਿਛਲੇ ਪਾਸੇ ਦੀ ਛੋਟੀ ਬਾੜੀ ਤੋਂ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲ ਗਏ। ਬਾਹਰ ਨਿਕਲ ਕੇ ਆਪ ਜੀ ਨੇ ਆਪਣੇ ਸਾਥੀ 3 ਸਿੰਘਾਂ ਨੂੰ ਕਿਹਾ, ਇਹ ਤਾਰਾ ਵੇਖ ਲਵੋ ਅਤੇ ਜੇਕਰ ਆਪਸ ਵਿੱਚ ਨਿਖੜ ਕੇ ਰਾਹ ਭੁੱਲ ਜਾਵੋ ਤਾਂ ਇਸ ਤਾਰੇ ਦੀ ਸੇਧ ਉੱਤੇ ਤੁਰੇ ਆਣਾ। ਸਿੰਘਾਂ ਨੂੰ ਇਸ ਤਰ੍ਹਾਂ ਸਾਵਧਾਨ ਕਰਕੇ ਆਪ ਜੀ ਨੇ ਕਮਰ ਕੱਸਾ ਕਰ ਲਿਆ ਅਤੇ ਅਰਦਾਸ ਕਰਕੇ ਬਾਹਰ ਨਿਕਲੇ। ਗੜੀ ਤੋਂ ਬਾਹਰ ਜਾ ਕੇ ਗੁਰੂ ਜੀ ਨੇ 3 ਵਾਰੀ ਤਾੜੀ ਮਾਰ ਕੇ ਉੱਚੀ ਆਵਾਜ਼ ਨਾਲ ਆਖਿਆ, ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਕਿਸੇ ਵਿੱਚ ਹਿੰਮਤ ਹੋਵੇ ਤਾਂ ਰੋਕ ਲਵੇ। ਆਵਾਜ਼ ਸੁਣ ਕੇ ਰਾਤ ਦੇ ਹਨੇਰੇ ਵਿੱਚ ਜਿਹੜਾ ਵੀ ਤੁਰਕ ਸਾਹਮਣੇ ਹੋਇਆ, ਉਸਨੂੰ ਮੌਤ ਦੇ ਘਾਟ ਉਤਾਰ ਕੇ ਆਪ ਜੀ ਅੱਗੇ ਨਿਕਲ ਗਏ। ਇਸੇ ਰੋਲੇ ਰੱਪੇ ਵਿੱਚ ਆਪ ਜੀ ਦੇ ਨਾਲੋਂ 3 ਸਿੰਘ ਵੀ ਵਿਛੜ ਗਏ। ਗੁਰੂ ਗੋਬਿੰਦ ਸਿੰਘ ਜੀ ਮੁਗਲ ਫੌਜਾਂ ਦੇ ਘੇਰੇ ਵਿੱਚੋਂ ਨਿਕਲ ਕੇ ਮਾਛੀਵਾੜੇ ਨੂੰ ਚੱਲ ਪਏ। ਰਾਤ ਹਨੇਰੀ ਸੀ, ਰਾਹ ਦਿਖਾਈ ਨਹੀਂ ਸੀ ਦਿੰਦਾ ਤੇ ਹਰ ਪਾਸੇ ਕੰਡਿਆਲੀਆਂ ਝਾੜੀਆਂ ਵੀ ਸਨ। ਸਾਰਾ ਇਲਾਕਾ ਵੀ ਮੁਸਲਮਾਨਾਂ ਦੀ ਜ਼ਗੀਰ ਸੀ। ਇਸ ਇਲਾਕੇ ਦੇ ਪਿੰਡਾਂ ਵਿੱਚੋਂ ਲੰਘਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ, ਕਿਉਂਕਿ ਗੁਰੂ ਜੀ ਨੂੰ ਫੜਨ ਲਈ ਮੁਗਲ ਸਿਪਾਹੀ ਹਰ ਥਾਂ ਘੁੰਮ ਰਹੇ ਸਨ। ਸਵੇਰ ਹੁੰਦਿਆਂ ਗੁਰੂ ਜੀ ਕੀੜੀ ਪਿੰਡ ਕੋਲ ਪਹੁੰਚੇ। ਉੱਤੇ ਅਲਫੂ ਤੇ ਗਾਮੂ ਨਾਂ ਦੇ 2 ਗੁੱਜਰਾਂ ਨੇ ਪਛਾਣ ਲਿਆ ਤੇ ਫੜਾਉਣ ਲਈ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ, ਪਰ ਉਹ ਨਾ ਟਲੇ। ਗੁਰੂ ਜੀ ਨੇ ਦੋਹਾਂ ਨੂੰ ਝਟਕਾ ਦਿੱਤਾ। ਗੁਰੂ ਜੀ ਰਾਤ ਭਰ ਚਲਦੇ ਹੀ ਗਏ। ਜਦੋਂ ਤੱਕ ਆਪ ਜੀ ਨੂੰ ਮਾਛੀਵਾੜਾ ਪਿੰਡ ਵਿਖਾਈ ਨਹੀਂ ਦਿੱਤਾ। ਹੁਣ ਆਪ ਜੀ ਵੈਰੀ ਫੌਜ ਵੱਲੋਂ ਦੂਰ ਪਿੰਡ ਦੇ ਬਾਹਰ ਇੱਕ ਬਗੀਚੇ ਵਿੱਚ ਸੀ। ਇਹ ਬਾਗ ਗੁਲਾਬੇ ਮਸੰਦ ਦਾ ਸੀ। ਇਸ ਬਾਗ ਵਿੱਚ ਇੱਕ ਰਹਿਟ ਵਾਲਾ ਖੂਹ ਸੀ, ਜਿਸ ਨੂੰ ਅੰਮ੍ਰਿਤ ਵੇਲੇ ਵਿੱਚ ਬਗੀਚੇ ਦਾ ਮਾਲੀ ਚਲਾ ਰਿਹਾ ਸੀ। ਗੁਰੂ ਜੀ ਨੇ ਖੂਹ ਤੋਂ ਇੱਕ ਟਿੰਡ ਖੋਲ ਕੇ ਜਲ ਛਕਿਆ ਅਤੇ ਸਿਰਹਾਣੇ ਹੇਠਾਂ ਟਿੰਡ ਰੱਖ ਕੇ ਉੱਪਰ ਕਮਰ ਕੱਸੇ ਵਾਲਾ ਕੱਪੜਾ ਤਾਣ ਕੇ ਪੋਹ ਦੀ ਕੜਕਦੀ ਸਰਦੀ ਵਿੱਚ ਆਪਣੀ ਮੌਜ ਵਿੱਚ ਵਿਰਾਜ ਗਏ। ਉਸ ਮਾਲੀ ਨੇ ਗੁਰੂ ਜੀ ਨੂੰ ਪਹਿਚਾਣ ਲਿਆ। ਮਾਲੀ ਆਪਣੇ ਸੁਆਮੀ ਗੁਲਾਬੇ ਮਸੰਦ ਨੂੰ ਸੂਚਿਤ ਕਰਨ ਲਈ ਚਲਾ ਗਿਆ ਕਿ ਤੁਹਾਡੇ ਬਗੀਚੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਧਾਰੇ ਹਨ। ਇੰਨੇ ਵਿੱਚ ਵਿਛੜੇ ਹੋਏ ਸਿੰਘ ਵੀ ਗੁਰੂ ਜੀ ਦੀ ਖੋਜ ਕਰਦੇ ਹੋਏ ਉੱਥੇ ਪਹੁੰਚ ਗਏ।
ਗੁਲਾਬਾ ਮਸੰਦ ਸੂਚਨਾ ਪਾਉਂਦੇ ਹੀ ਗੁਰੂ ਜੀ ਕੋਲ ਮੌਜੂਦ ਹੋਇਆ। ਉਹ ਸਾਰਿਆਂ ਨੂੰ ਆਪਣੇ ਘਰ ਲੈ ਗਿਆ ਅਤੇ ਗੁਰੂ ਦੇਵ ਜੀ ਦਾ ਸ਼ਾਨਦਾਰ ਸਵਾਗਤ ਕੀਤਾ। ਪਰ ਮੁਗਲ ਪ੍ਰਸ਼ਾਸਨ ਵੱਲੋਂ ਭੈਭੀਤ ਵੀ ਹੋ ਰਿਹਾ ਸੀ ਕਿ ਮੁਗਲਾਂ ਨੂੰ ਭਨਕ ਨਹੀਂ ਮਿਲ ਜਾਵੇ ਕਿ ਗੁਰੂ ਦੇਵ ਜੀ ਮੇਰੇ ਕੋਲ ਪਧਾਰੇ ਹਨ। ਅੰਤ ਉਸਨੇ ਗੁਰੂ ਦੇਵ ਜੀ ਅਤੇ ਸਿੱਖਾਂ ਨੂੰ ਘਰ ਦੇ ਤਹਿਖਾਨੇ ਵਿੱਚ ਨਿਵਾਸ ਕਰਵਾਇਆ ਅਤੇ ਸ਼ਰਧਾ ਵੱਲੋਂ ਸੇਵਾ ਵਿੱਚ ਜੁਟ ਗਿਆ। ਇਸ ਪਿੰਡ ਵਿੱਚ ਗੁਰੂ ਦੇਵ ਜੀ ਦੇ ਦੋ ਮੁਸਲਮਾਨ ਸੇਵਕ ਗਨੀ ਖਾਂ ਅਤੇ ਨਬੀ ਖਾਂ ਰਹਿੰਦੇ ਸਨ। ਇਹ ਲੋਕ ਘੋੜਿਆਂ ਦਾ ਵਪਾਰ ਕਰਦੇ ਸਨ। ਉਹਨਾਂ ਨੇ ਗੁਰੂ ਦੇਵ ਜੀ ਨੂੰ ਕਈ ਵਾਰ ਘੋੜੇ ਵੇਚੇ ਸਨ ਅਤੇ ਅਕਸਰ ਗੁਰੂ ਦੇਵ ਜੀ ਵੱਲੋਂ ਮਿਲਦੇ ਰਹਿੰਦੇ ਸਨ। ਜਦੋਂ ਮੁਗਲ ਸੈਨਿਕ ਬਲ ਨੇ ਪਿੰਡ ਦਾ ਤਲਾਸ਼ੀ ਅਭਿਆਨ ਚਲਾਇਆ ਤਾਂ ਗੁਲਾਬੇ ਮਸੰਦ ਨੂੰ ਚਿੰਤਾ ਹੋਈ। ਗੁਰੂ ਦੇਵ ਜੀ ਵੀ ਉਸ ਨੂੰ ਕਿਸੇ ਕਠਿਨਾਈ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਗਨੀ ਖਾਂ ਅਤੇ ਨਬੀ ਖਾਂ ਨੂੰ ਸੱਦ ਭੇਜਿਆ। ਇਹਨਾਂ ਦੋਵਾਂ ਭਰਾਵਾਂ ਨੇ ਗੁਰੂ ਦੇਵ ਜੀ ਨੂੰ ਸੰਕਟ ਦੀ ਘੜੀ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਆਪਣੀ ਸੇਵਾਵਾਂ ਅਰਪਿਤ ਕੀਤੀਆਂ। ਸਾਰਿਆਂ ਨੇ ਮਿਲ ਕੇ ਇੱਕ ਯੋਜਨਾ ਬਣਾਈ ਅਤੇ ਯੁਕਤੀ ਵੱਲੋਂ ਗੁਰੂ ਦੇਵ ਜੀ ਨੂੰ ਕਿਸੇ ਸੁਰੱਖਿਅਤ ਸਥਾਨ ਉੱਤੇ ਲੈ ਚੱਲਣ ਦੇ ਕਾਰਜ ਵਿੱਚ ਜੁਟ ਗਏ। ਉਹਨਾਂ ਦਿਨਾਂ ਵਿੱਚ ਉੱਚ ਦੇ ਪੀਰ ਮੁਸਲਮਾਨਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਸਨ। ਇਹ ਮੁਸਲਮਾਨ ਸੂਫੀ ਫਕੀਰ ਲੰਬੀ ਦਾੜੀ ਅਤੇ ਕੇਸ ਰੱਖਦੇ ਸਨ, ਪਰ ਕੇਸਾਂ ਦਾ ਜੂੜਾ ਨਹੀਂ ਕਰਦੇ ਸਨ, ਬਲਕਿ ਉਹਨਾਂ ਨੂੰ ਖੁੱਲ੍ਹੇ ਜਟਾਵਾਂ ਰੂਪ ਵਿੱਚ ਰੱਖ ਕੇ ਉੱਤੇ ਪਗੜੀ ਬੰਨ੍ਹਦੇ ਸਨ ਅਤੇ ਨੀਲੇ ਵਸਤਰ ਧਾਰਨ ਕਰਦੇ ਸਨ। ਅਕਸਰ ਆਪਣੇ ਮ੍ਰਿਤਾਂ ਵੱਲੋਂ ਮਿਲਣ ਅਤੇ ਲੋਕਾਂ ਵੱਲੋਂ ਭੇਟ ਆਦਿ ਲੈਣ ਪਿੰਡਾਂ ਵਿੱਚ ਘੁੰਮਣ ਲਈ ਨਿਕਲਿਆ ਕਰਦੇ ਸਨ। ਗੁਰੂ ਦੇਵ ਜੀ ਨੂੰ ਉੱਚ ਦੇ ਪੀਰ ਦੀ ਤਰ੍ਹਾਂ ਵੇਸ਼ ਸ਼ਿੰਗਾਰ ਧਾਰਨ ਕਰਵਾ ਦਿੱਤਾ ਗਿਆ ਅਤੇ ਉਹਨਾਂ ਨੂੰ ਉਸੇ ਪ੍ਰਕਾਰ ਪਲੰਗ ਉੱਤੇ ਬਿਠਾ ਕੇ ਮਾਛੀਵਾੜੇ ਵੱਲੋਂ ਦੂਰ ਕਿਸੇ ਸੁਰੱਖਿਅਤ ਸਥਾਨ ਲਈ ਚੱਲ ਪਏ। ਗੁਰੂ ਦੇਵ ਜੀ ਦੇ ਪਲੰਗ ਦੇ ਅੱਗੇ ਵੱਲੋਂ ਗਨੀ ਖਾਂ ਅਤੇ ਨਬੀ ਖਾਂ ਨੇ ਚੁੱਕਿਆ ਅਤੇ ਪਿੱਛੇ ਵੱਲੋਂ ਭਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਨੇ ਚੁੱਕ ਲਿਆ ਅਤੇ ਭਾਈ ਦਇਆ ਸਿੰਘ ਨੂੰ ਹੱਥ ਵਿੱਚ ਮੋਰ ਪੰਖ ਦਾ ਚਵੜ ਥਮਾ ਦਿੱਤਾ ਗਿਆ, ਜੋ ਉਹ ਗੁਰੂ ਦੇਵ ਜੀ ਦੇ ਉੱਤੇ ਝੁਲਾਣ ਲੱਗਾ। ਇੰਜ ਗੁਰੂ ਜੀ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਚੱਲ ਪਏ। ਰਸਤੇ ਵਿੱਚ ਲੋਕਾਂ ਨੂੰ ਇਹੀ ਦੱਸਦੇ ਗਏ ਕਿ ਪਲੰਗ ਉੱਤੇ ਉੱਚ ਦੇ ਪੀਰ ਬਿਰਾਜਮਾਨ ਹਨ। ਮਾਛੀਵਾੜੇ ਤੋਂ ਚੱਲ ਕੇ 12 ਕੁ ਮੀਲਾਂ ਦੀ ਵਿੱਥ ਤੇ ਘੁੰਗਰਾਲੀ ਪਹੁੰਚੇ। ਰਾਤ ਵਿਸ਼ਰਾਮ ਕੀਤਾ ਤੇ ਅਗਲੇ ਦਿਨ ਇੱਥੋਂ 13 ਕੁ ਮੀਲਾਂ ਦੀ ਵਿੱਥ ਤੇ ਪਿੰਡ ਲੱਲ ਪਹੁੰਚੇ। ਇੱਥੇ ਪਿੰਡ ਬਾਹਰ ਇੱਕ ਤਲਾਅ ਦੇ ਕੰਢੇ ਬੋੜ ਹੇਠਾਂ ਆਰਾਮ ਕੀਤਾ। ਇੱਥੇ ਮੁਗਲ ਫੌਜ ਨੇ ਰੋਕ ਲਿਆ ਅਤੇ ਇਹ ਜਾਣਨਾ ਚਾਹਿਆ ਕਿ ਉੱਚ ਦੇ ਪੀਰ ਦੇ ਰੂਪ ਵਿੱਚ ਕਿਧਰੇ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਹਨ। ਗੁਰੂ ਦੇਵ ਜੀ ਵੱਲੋਂ ਅਧਿਕਾਰੀਆਂ ਨੇ ਗੱਲਬਾਤ ਕੀਤੀ, ਜਿਸ ਦਾ ਜਵਾਬ ਗੁਰੂ ਦੇਵ ਜੀ ਨੇ ਫਾਰਸੀ ਭਾਸ਼ਾ ਵਿੱਚ ਦਿੱਤਾ, ਪਰ ਅਧਿਕਾਰੀ ਦੁਬਿਧਾ ਵਿੱਚ ਸਨ। ਇੱਕ ਤਰਫ ਉੱਚ ਦਾ ਪੀਰ, ਦੂਜੇ ਪਾਸੇ ਗੁਰੂ ਜੀ ਦਾ ਬਚ ਕੇ ਨਿਕਲ ਜਾਣਾ ਉਸ ਦੀ ਨੌਕਰੀ ਨੂੰ ਸੰਕਟ ਵਿੱਚ ਪਾ ਸਕਦਾ ਸੀ। ਉਸਨੇ ਪ੍ਰਸਤਾਵ ਰੱਖਿਆ ਕਿ ਤੁਸੀਂ ਸਾਡੇ ਇੱਥੇ ਭੋਜਨ ਕਰੋ। ਜਵਾਬ ਵਿੱਚ ਗੁਰੂ ਦੇਵ ਜੀ ਨੇ ਕਿਹਾ ਕਿ ਮੈਂ ਚਿੰਦਾ ਲਿਆ ਹੋਇਆ ਹੈ, ਅਰਥਾਤ ਮੈਂ ਉਪਵਾਸ ਧਾਰਨ ਕੀਤਾ ਹੋਇਆ ਹੈ, ਪਰ ਮੇਰੇ ਮੁਰੀਦ ਇਹ ਤੁਹਾਡੇ ਨਾਲ ਭੋਜਨ ਕਰਨਗੇ। ਅਜਿਹਾ ਹੀ ਕੀਤਾ ਗਿਆ। ਜਦੋਂ ਭੋਜਨ ਕਰਨ ਲੱਗੇ ਤਾਂ ਭਾਈ ਦਇਆ ਸਿੰਘ ਜੀ ਨੇ ਗੁਰੂ ਆਗਿਆ ਅਨੁਸਾਰ ਆਪਣੀ ਲਘੂ ਕਿਰਪਾਨ ਭੋਜਨ ਪਲਾਓ ਵਿੱਚ ਪਾ ਕੇ ਗੁਰੂ ਮੰਤਰ ਉਚਾਰਨ ਕੀਤਾ। ਉਹ ਪ੍ਰਸਾਦ ਭਰਮ ਦਾ ਨਾਸ਼ ਅਤੇ ਖੁਸ਼ੀ ਨਾਲ ਭੋਜਨ ਕਰ ਲਿਆ।
चलदे समय थाली विचों कुछ अंश रुमाल विच बन लिया। इस विच फौजी अधिकारी ने नज़दीक दे पिंड सलोहपुर वल्लों काजी पीर मुहम्मद नूं गुरुदेव जी की पहचान करनी सद लिया। यह काजी साहिब गुरुदेव जी नूं बचपन वल्लों फारसी भाषा की पढ़ाई करवाते रहे सन। जदों काजी साहब ने गुरुदेव जी नूं पछाणिया तां उसने दोहरे अर्थां वाली भाषा विच कहा कि हाँ, मैं इन्हां नूं जानदा हाँ, ਇਹ ਮੇਰੇ भी पीर ਹਨ, इन्हां नूं जान दिओ। इस प्रकार गुरुदेव जी कठिन परिस्थितियां वालों सहज ही निकल गए। उस तो बाद गुरु जी लल तो चल के पिंड कटाने पहुंचे। इत्थे गुरुद्वारा कटाना साहिब है। फिर कनेस दे रस्ते आलमगीर पहुंचे। आलमगीर पिंड दे नोधा सिंह ने आप जी नूं एक घोड़ा भेंट किया। आप जी ने पालकी त्याग दिती ते अगे लई घोड़े की सवारी की। पिंड तो 1 किलोमीटर बाहर आप दे ठहरन का स्थान सी, जिथे हुण मंजी साहब आलमगीर नाम का आलीशान गुरुद्वारा शोभ रहा है। आलमगीर तो पिंड हेड़ आए। उत्थे उदासी महंत किरपाल दास का डेरा सी, जिन्हां ने भगानी दे जंग विच अपने मोटे सोटे नाल ही फौजी सरदार हयात खान नूं मार सुटिया सी। हुण उसदी थां उत्ते उसदा एक चेला महंत सी। पहला उसने बड़ा सत्कार किया, पर जदों पता लगा कि मुगल फौज गुरु जी की भाल कर रही है तां वह घबरा गया। इत्थों आप जी ने गनी खां ते नबी खां नूं आदर सत्कार नाल विदा किया अते एक यादगारी पत्र लिख के दिता, जिस विच उन्हां दी वडमुल्ली सेवा का जिक्र करके खालसा पंथ नूं उन्हां दा आदर करन दा हुक्म किया। अगले दिन सवेरे ही गुरु जी ओहर तो चल के सीलोवानी तहसील जगरावा पहुंचे। उत्थे रायकोट जटपुरे का चौधरी राय कला आया होया सी। वह बड़े आदर सत्कार नाल गुरु जी नूं जटपुरे लै गया। उत्थे अपने मकान विच उतारा दिता। गुरु जी दियां मुसीबतां अते कष्टां दा हाल सुन के राय कला तिप तिप अथरू केरन लग पिया अते जालमां नूं बदसीसां देण ते लांता पान लग पिया। उसने बेनती की कि मैं हर प्रकार की सेवा लई हाजिर हाँ, कोई सेवा बख्शो। गुरु जी ने राय कला नूं कहा कि किसी सियाणे आदमी नूं सरहंद भेजो जो पता लियावे कि सरसा पार करन समय विछड़े विहीर विच कोई पकड़िया ते नहीं गया। चौधरी ने माही नाम दे एक आदमी नूं सरहंद भेजिया। उत्थों सरहंद लगभग 70 किलोमीटर की विथ ते सी। माही अगले दिन ही साहबजादियां अते माता जी की शहीदी की खबर लैके आ पहुंचिया। उसने रो रो के सारे हालात वर्णन किते कि किवें छोटे साहबजादियां नूं शहीद किया गया। सुनन वालियां दे अथरू रोकिया भी नहीं सन रुक रहे, पर गुरु जी अडोल बैठे सन। जद माही सारा हाल सुना चुका तां गुरु जी ने अकाल पुरख का धन्नवाद किया कि उसने साहबजादियां नूं इन्नी दृढ़ता बख्शी ते ओह भयानक तसीहे भी हस हस के जड़ गए अते धर्म की खातर जाना वार गए। उस समय गुरु जी ने अपने हाथ विच फड़े हुए तीर की नोक दे नाल एक छोटे जहे बूटे नूं जड़ वालों उखाड़ते हुए कहा, जिवें मैं यह पौधा जड़ वालों उखाड़िया है, इंज ही मुगलों दी जड़ां भी उखाड़िया जाणगियां। उस तो बाद गुरु जी अगले दिन
ਰਾਏ ਕਲਾ ਤੋਂ ਵਿਦਾ ਹੋਏ। ਉਸਨੇ ਵਧੀਆ ਘੋੜੇ ਅਤੇ ਸ਼ਸਤਰ ਆਦਿ ਭੇਟ ਕੀਤੇ। ਗੁਰੂ ਜੀ ਨੇ ਵੀ ਉਸਦੇ ਪਿਆਰ ਤੇ ਸੇਵਾ ਦੀ ਕਦਰ ਕਰਦਿਆਂ ਇੱਕ ਤਲਵਾਰ ਉਸਨੂੰ ਯਾਦਗਾਰ ਵਜੋਂ ਦਿੱਤੀ। ਜੱਟਪੜੇ ਤੋਂ ਚੱਲ ਕੇ ਗੁਰੂ ਜੀ ਦੀਨੇ ਪਿੰਡ ਪਹੁੰਚੇ। ਉੱਥੇ ਚੌਧਰੀ ਲਖਮੀਰ, ਸ਼ਮੀਰ ਤੇ ਤਖਤ ਮਲ ਨੇ ਆਪ ਦਾ ਨਿੱਘਾ ਸਵਾਗਤ ਕੀਤਾ ਅਤੇ ਆਪਣੇ ਚੁਬਾਰੇ ਵਿੱਚ ਉਤਾਰਾ ਦਿੱਤਾ। ਇਹ ਤਿੰਨੇ ਭਰਾ ਭਾਈ ਜੋਧ ਰਾਏ ਦੇ ਪੋਤਰੇ ਸਨ, ਜਿਸਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ ਅਤੇ ਆਪਣੀ ਫੌਜ ਸਮੇਤ ਗੁਰੂ ਸਾਹਿਬ ਦੇ ਜੰਗ ਵਿੱਚ ਹਿੱਸਾ ਲਿਆ ਸੀ ਤੇ ਬਹਾਦਰੀ ਦੇ ਜੋਹਰ ਵਿਖਾਏ ਸਨ। ਜਿਉਂ-ਜਿਉਂ ਸਿੱਖਾਂ ਨੂੰ ਗੁਰੂ ਜੀ ਦੇ ਦੀਨੇ ਪਿੰਡ ਵਿੱਚ ਆਉਣ ਦਾ ਪਤਾ ਲੱਗਦਾ ਗਿਆ, ਉਹ ਰੋਜ਼ ਦਰਸ਼ਨਾਂ ਨੂੰ ਆਉਣ ਲੱਗ ਪਏ। ਚੰਗੀਆਂ ਰੌਣਕਾਂ ਲੱਗਣ ਲੱਗ ਪਈਆਂ। ਗੁਰੂ ਜੀ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਹਥਿਆਰਬੰਦ ਹੋ ਕੇ ਜਲਦੀ ਹੀ ਉਹਨਾਂ ਪਾਸ ਆਉਣ। ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਵੀ ਇਹ ਖਬਰ ਮਿਲ ਗਈ ਕਿ ਗੁਰੂ ਜੀ ਦੀਨੇ ਪਿੰਡ ਵਿੱਚ ਹਨ। ਗੁਰੂ ਜੀ ਦੀਨੇ ਪਿੰਡ ਵਿਖੇ ਕਾਫੀ ਸਮਾਂ ਠਹਿਰੇ। ਇੱਥੇ ਬਹੁਤ ਸਾਰੇ ਸਿੱਖ ਯੋਧੇ ਗੁਰੂ ਜੀ ਦੀ ਸੇਵਾ ਵਿੱਚ ਆ ਹਾਜ਼ਰ ਹੋਏ। ਗੁਰੂ ਜੀ ਨੇ ਕੁਝ ਆਦਮੀ ਤਨਖਾਹਦਾਰ ਵੀ ਭਰਤੀ ਕਰ ਲਏ। ਸੋ ਪਿਆਰੇ ਸਾਧ ਸੰਗਤ ਜੀ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ।